केंद्र सरकार के नवे खेती कानूनों को लैके पंजाब भर च विरोध हो रहा है। तमाम सियासी पार्टियां बीजेपी को छड्ड के तमाम सियासी पार्टियां विरोध कर रही हैं। खेतीबाड़ी कानून हर पासे हो हल्ला, हर पासे चीख पुकार, हर पासे इक्को आवाज, बदलो खेती कानून। पर यह आवाज किसदी है? वाकई किसानां दी या सियासतदानां दी? पिछले दिनी पार्लीमेंट दे विच खेतीबाड़ी कानून नूं लैके ज्यादा बहस नजर नहीं आई। सरकार दा तर्क सी विरोधी धिर बहस नहीं सिर्फ हंगामा कर रही है। विरोधी धिर दा तर्क सी कि बहस तां होई ही नहीं, सिर्फ कानून पास किया गया। सच की है झूठ की है, यह भी उस मासूम किसान नूं नहीं पता, क्योंकि उसदे कोल खेतीबाड़ी के अलावा इन्ना समा ही नहीं। हंगामा तो उस वेले उग्र हुंदा है जदों सियासी हवाबाजियां ज्यादा होंदियां ने, सड़क उत्ते संग्राम होण लगदा है तां सियासत दे विच उबाल भी आउणा लाजमी सी। श्रोमणी अकाली दल दे वल्लों केंद्र दे विच मंत्री रही हरसिमरत कौर बादल ने केंद्रीय कैबिनेट तो अस्तीफा दिता अते पंजाब दे विच पूरी तरह किसानां दे नाल होण दा पासा सुटिया। वरियां पुराना श्रोमणी अकाली दल बीजेपी गठजोड़ टुट गया। सरकार दे वल्लों कैप्टन ने भी कमान संभाली अते किसानां दे प्रदर्शन नूं समर्थन दी गल कह दित्ती। बीजेपी भी गठजोड़ टुटण तो बाद नवे सिरे तो मैदान दे विच डटण दी तैयारी विच है। पंजाब च खूब हल्ला है, खूब हंगामा है, बैठकां दर बैठकां जारी ने, पर ज्यादातर किसानों को खेतीबाड़ी कानून की पूरी जानकारी ही नहीं है। किस हद तक उन्होंने लिए फायदे या नुकसानदायक साबित होगा। साडे पत्रकार पंकज कपाही ने कांग्रेस की रैली दे शामिल हुए किसानों तो खेतीबाड़ी बिलों को लैके जदों सवाल किए तो ज्यादातर नूं तां जानकारी ही नहीं सी कि यह किस हद तक उन्होंने लिए फायदे या फिर नुकसान वाला होगा। और इत्थे जिहड़े लोग आए ने उन्हां नाल गलबात करांगे कि नवे कानूनां तो उन्हां नूं परेशानी की है, नवे कानूनां 'च की तब्दीली की जानी चाहिए। भाई जी तुसीं खेती करदे हो? हाँ जी। ਤੁਹਾਨੂੰ ਕੀ ਲੱਗਦਾ ਹੈ ਕਿ ਨਵੇਂ ਕਾਨੂੰਨਾਂ 'ਚ ਕੀ ਤਬਦੀਲੀ ਕਰਨੀ ਚਾਹੀਦੀ ਹੈ ਕਿ ਇਹ ਕਮੀ ਹੈ ਕਿਸਾਨਾਂ ਦੇ ਲਈ? ਸਰ ਜਿਹੜੇ ਆਰਡੀਨੈਂਸ ਪਾਸ ਕੀਤੇ ਹੋਏ ਹੈਗੇ ਇਹ ਸਾਨੂੰ ਬਿਲਕੁਲ ਫਾਇਦਾ ਨਹੀਂ ਦੇ ਰਹੇ, ਕਿਉਂਕਿ ਅੱਗੇ ਪਹਿਲਾਂ ਸਾਡੀ ਐਮਐਸਪੀ ਤੇ ਵਿਕਦੀ ਸਾਨੂੰ ਤਸੱਲੀ ਹੁੰਦੀ ਸੀ ਵੀ ਆਪਣੇ ਘੱਟੋ ਘੱਟ ਇਹ ਰੇਟ ਤੇ ਵਿਕੂਗੀ। ਹੁਣ ਜਿਹੜੇ ਇਹ ਕਰਤੇ ਇਹਦੇ ਹਿਸਾਬ ਨਾਲ ਜਿਹੜੇ ਆਪਣੇ ਅੱਗੇ ਖਰੀਦਦਾਰ ਨੇਗੇ ਉਹਨਾਂ ਨੂੰ ਫਾਇਦਾ ਆ, ਕਿਸਾਨਾਂ ਨੂੰ। ਪ੍ਰਧਾਨ ਮੰਤਰੀ ਲਗਾਤਾਰ ਕਹਿ ਰਹੇ ਕਿ ਐਮਐਸਪੀ ਨਹੀਂ ਖਤਮ ਕੀਤੀ ਜਾਏਗੀ, ਬਟ ਸਰ ਇਹਦੇ ਕੋਈ ਯਕੀਨ ਨਹੀਂ ਨਾ ਕਰ ਸਕਦੇ, ਕਿਉਂਕਿ ਐਮਐਸਪੀ 'ਚ ਕੀ ਹੈਗਾ ਜਿਹੜੇ ਇੱਥੇ ਵਾਲੇ ਖਰੀਦਦਾਰ ਨੇ ਅੱਗੇ ਖਰੀਦਣਗੇ ਇਹ ਸਿਰਫ ਉਹਨਾਂ ਦੇ ਹੱਥ 'ਚ ਹੈ ਵੀ ਆਪਾਂ ਕੀ ਕੁਆਲਿਟੀ ਖਰੀਦਣੀ ਹੈ, ਕੀ ਹਿਸਾਬ ਨਾਲ ਖਰੀਦਣਾ। ਅਸੀਂ ਇਹ ਕਿਸਾਨ ਵਿਰੋਧ ਕਰ ਰਹੇ ਹਾਂ ਇਸ ਚੀਜ਼ ਦਾ ਜੀ। ਤੁਹਾਨੂੰ ਨਵੇਂ 3 ਕਾਨੂੰਨ ਉਹਨਾਂ ਦੇ ਨਾਮ ਪਤਾ ਹੈ? ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੇ ਨਾਮ ਕੀ ਨੇ? ਜੇ ਤੁਹਾਨੂੰ ਪਤਾ ਹੈ ਕਿ ਕੀ ਕਮੀਆਂ ਕੀ ਹੋਣੀਆਂ ਚਾਹੀਦੀਆਂ, ਅਗਰ ਨਾਮ ਨਹੀਂ ਕੀ ਕਮੀਆਂ ਨੇ ਐਮਐਸਪੀ ਤੋਂ ਇਲਾਵਾ ਕੀ ਕਮੀਆਂ ਨੇ? ਪਤਾ ਨਹੀਂ ਜੀ। ਪਤਾ ਤੁਹਾਨੂੰ ਬਾਈ ਜੀ ਪਤਾ ਕਿ ਕੀ ਕਮੀਆਂ ਨੇ? ਦੇਖੋ ਜੀ ਇਹ ਸਰਕਾਰਾਂ ਦੀਆਂ ਕਮੀਆਂ ਨੇ, ਚਲੋ ਕਿਸਾਨਾਂ ਨਾਲ ਖੜਦੀਆਂ ਨਹੀਂ ਹੈ। ਕਿਹੜੀਆਂ ਸਰਕਾਰਾਂ 'ਚ ਕਮੀ ਹੈ? ਕਾਂਗਰਸ 'ਚ ਕਮੀ ਹੈ, ਬੀਜੇਪੀ 'ਚ ਕਮੀ, ਅਕਾਲੀ ਦਲ 'ਚ ਕਮੀ ਹੈ? ਦੇਖੋ ਸਾਰੀ ਮਿਲੀ ਭੁਗਤ ਹੁੰਦੀ ਹੈ ਇਹਨਾਂ ਦੀ ਆਪਸ ਵਿੱਚ, ਸਾਰੀ ਇਹ ਖੜਦੇ ਨਹੀਂ ਹੈਗੇ। ਤੁਸੀਂ ਤਾਂ ਅੱਜ ਕਾਂਗਰਸ ਦੇ ਲਈ ਇੱਥੇ ਪ੍ਰਚਾਰ ਕਰ ਰਹੇ ਹੋ, ਕਾਂਗਰਸ ਦੇ ਨਾਲ? ਨਹੀਂ ਜੀ, ਅਸੀਂ ਕਿਸਾਨ ਯੂਨੀਅਨ ਦੇ ਝੰਡੇ ਲੈ ਕੇ ਆਏ, ਅਸੀਂ ਕਿਸਾਨਾਂ ਲਈ ਆਏ, ਕਿਸਾਨਾਂ ਲਈ। ਤੁਹਾਨੂੰ ਕੀ ਲੱਗ ਰਿਹਾ ਕਿ ਇਹ ਕਮੀਆਂ ਨੇ, ਇਹ ਕਮੀਆਂ ਦੂਰ ਹੋਣੀਆਂ ਚਾਹੀਦੀਆਂ? ਹੋਣੀਆਂ ਤਾਂ ਚਾਹੀਦੀਆਂ ਨਹੀਂ, ਦੂਰ ਹੋਣੇ ਚਾਹੀਦੇ ਨੇ। ਤੁਹਾਨੂੰ ਬਾਈ ਜੀ ਕੀ ਲੱਗਦਾ ਕਿ ਨਵੇਂ ਕਾਨੂੰਨ 'ਚ ਕੀ ਕਮੀਆਂ ਨੇ? ਨਵਾਂ ਕਾਨੂੰਨ ਮਤਲਬ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈਗਾ। ਕਿਉਂ ਨਹੀਂ ਤੁਹਾਨੂੰ ਲੱਗਦਾ ਕਿ ਹੱਕ ਵਿੱਚ ਹੈ? ਕੇਂਦਰ ਸਰਕਾਰ ਲਗਾਤਾਰ ਕਹਿ ਰਹੀ ਕਿ ਹੱਕ ਦੇ ਵਿੱਚ। ਐਮਐਸਪੀ ਦਾ ਖਤਮ ਕਰਤੇ ਦੇ ਵਿੱਚ ਕਿਤੇ ਰਿਟਰਨ ਨਹੀਂ ਨਾ ਲਿਖਿਆ ਹੋਇਆ ਐਮਐਸਪੀ, ਜੇ ਰਿਟਰਨ ਦੇਣਗੇ ਤਾਂ ਹੱਕ ਵਿੱਚ ਹੋਊ ਜੀ। ਤੁਹਾਨੂੰ ਸਿਰਫ ਐਮਐਸਪੀ ਤੋਂ ਇਤਰਾਜ਼ ਹੈ ਕਿਉਂਕਿ ਕੇਂਦਰ ਸਰਕਾਰ ਲਗਾਤਾਰ ਕਹਿ ਰਹੀ ਕਿ ਐਮਐਸਪੀ ਦਾ ਪਹਿਲਾਂ ਵੀ ਨਹੀਂ ਲਿਖਿਆ ਹੋਇਆ ਸੀ। ਐਮਐਸਪੀ ਪਹਿਲਾਂ ਵਿਕਦੀ ਤਾਂ ਹੈਗੀ ਸੀ ਨਾ, ਜੋ ਰੇਟ ਸੀ ਝੋਨੇ ਦਾ ਜਾਂ ਕਣਕ ਦਾ ਉਹ ਇੱਕ ਰੇਟ ਤੇ ਵਿਕਦੀ। ਸੈਂਟਰ ਇਸ ਵਾਰ ਮੰਡੀਆਂ ਤੋਂ ਫਸਲ ਚੱਕੀ ਜਾ ਰਹੀ ਹੈ।
ਇਸ ਵਾਰ ਹਲੇ ਕੋਈ ਫਿਲਹਾਲ ਵਾਲੇ ਫਸਲ ਵੱਢੀ ਨਹੀਂ ਗਈ, ਸਟਾਰਟ ਹੋਈ ਨਹੀਂ ਹਲੇ ਹੈ ਸਟਾਰਟ ਹੀ ਨਹੀਂ ਫਸਲ। ਜਦੋਂ ਅੱਗੇ ਚੱਲਣਾ ਉਸ ਤੋਂ ਬਾਅਦ ਪਤਾ ਲੱਗਣਾ ਜੋ ਵੀ ਹੁੰਦਾ ਆ। ਨਾਲੇ ਕੇਂਦਰ ਸਰਕਾਰ ਕਹਿ ਰਹੀ ਕਿ ਝੋਨਾ ਜਿਹੜਾ ਉਹ ਚੱਕਿਆ ਜਾਏਗਾ। ਨਹੀਂ ਜੀ ਨਹੀਂ, ਫਿਲਹਾਲ ਇੱਥੇ ਕੋਈ ਖਰੀਦ ਨਹੀਂ, ਕੁਝ ਨਹੀਂ ਹੈਗਾ। ਤੁਹਾਡੇ ਸਾਹਮਣੇ ਆ, ਆਪਣੀਆਂ ਮੰਡੀ 'ਚ ਖੜੇ ਆ। ਗੱਲਬਾਤ ਕਰਦੇ ਆ ਇਹ ਬਾਈ ਹਰਾਂ ਦੇ ਨਾਲ ਗੱਲਬਾਤ ਕਰਦੇ ਆ। ਬਾਈ ਜੀ ਤੁਸੀਂ ਇੱਥੋਂ ਦੇ ਲੋਕਲ ਹੋ, ਜ਼ਿਮੀਂਦਾਰ ਹੋ, ਕਿਸਾਨ ਹੋ? ਹਾਂਜੀ। ਜ਼ਿਮੀਂਦਾਰ ਕਿਸਾਨ ਹੋ ਜਾਂ ਪਾਰਟੀ ਵਰਕਰ ਹੋ ਕਾਂਗਰਸ ਦੇ? ਅਸੀਂ ਕਾਂਗਰਸ ਪਾਰਟੀ ਨਾਲ ਵੀ ਜੁੜੇ ਹਾਂ ਤੇ ਕਿਸਾਨ ਵੀ ਹਾਂ ਜੀ। ਨਵੇਂ 3 ਕਾਨੂੰਨ ਆ, ਉਹਨਾਂ ਦੇ ਨਾਮ ਪਤਾ ਹੈ? ਨਾਮ ਕੀ ਨੇ? ਨਹੀਂ ਉਹਨਾਂ ਬਾਰੇ ਨਹੀਂ ਪਤਾ ਜੀ, ਇੰਨਾ ਪਤਾ ਵੀ ਆਪਣੇ ਬਾਈ ਜੀ ਤੁਹਾਨੂੰ ਪਤਾ ਨਾਮ ਜਾਂ ਨਾਮ ਨਹੀਂ ਪਤਾ, ਲੇਕਿਨ ਤੁਹਾਨੂੰ ਕੀ ਲੱਗਦਾ ਕਿ ਕਮੀਆਂ ਕੀ ਨੇ? ਉਹ ਕਮੀਆਂ ਦੂਰ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਅਸੀਂ ਵੀ, ਸਾਡਾ ਕੰਮ ਹੈ ਕਿ ਸਰਕਾਰ ਤੱਕ ਤੁਹਾਡੀ ਗੱਲ ਪਹੁੰਚਾਈਏ। ਕਿਉਂਕਿ ਕਰੋਨਾ ਕਾਲ 'ਚ ਜਦੋਂ ਸਾਰੇ ਸੜਕਾਂ ਤੇ ਬੈਠੇ ਨੇ, ਕਿਤੇ ਨਾ ਕਿਤੇ ਕਰੋਨਾ ਦਾ ਵੀ ਖਤਰਾ ਹੋਇਆ, ਔਰ ਇਸ ਤਰੀਕੇ ਨਾਲ ਧਰਨੇ ਨਾਲ ਤਾਂ ਕਦੀ ਗੱਲ ਹੋਣੀ ਨਹੀਂ, ਟੇਬਲ ਤੇ ਗੱਲ ਹੋਣੀ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਮੀਆਂ ਨੇ, ਇਹਨਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ? ਇਦਾਂ ਕੁਝ ਨਹੀਂ ਕਹਿ ਸਕਦੇ। ਤੁਸੀਂ ਆਏ ਹੋ, ਤੁਸੀਂ ਜ਼ਿਮੀਂਦਾਰ ਹੋ ਜਾਂ ਤੁਸੀਂ ਵਰਕਰ ਹੋ? ਜ਼ਿਮੀਂਦਾਰ ਤੇ ਤੁਹਾਨੂੰ ਕੀ ਲੱਗਦਾ, ਤੁਹਾਨੂੰ ਨਵੇਂ ਕਾਨੂੰਨ ਆਉਣ ਤੋਂ ਬਾਅਦ ਕੀ ਦਿੱਕਤ ਆਣੀ ਸ਼ੁਰੂ ਹੋਈ ਹੈ? ਇੱਕ ਤਾਂ ਵੀ ਫਸਲਾਂ ਰੋਣ ਲੱਗ ਜਾਣਗੀਆਂ, ਹਾਂਜੀ, ਫਸਲਾਂ ਰੋਣ ਲੱਗ ਜਾਣਗੀਆਂ। ਕਿਵੇਂ ਤੁਹਾਨੂੰ ਲੱਗਦਾ ਕਿ ਹੁਣ ਫਸਲਾਂ ਮੱਕੀ ਰੋੜ ਰਹੀ ਹੈ, ਮੱਕੀ ਦਾ ਭਾਅ 700 ਰੁਪਏ ਰਹਿ ਗਿਆ ਕੁਆਂਟਲ ਦਾ। ਠੀਕ ਹੈ, ਇਹ ਗੱਲਾਂ ਕਰ ਰਹੇ ਹਾਂ ਵੀ ਕਦੇ ਝੋਨਾ ਵੀ ਨਾ ਰੋਣ ਲੱਗ ਜੇ, ਕਣਕ ਵੀ ਨਾ ਰੋਣ ਲੱਗ ਜੇ। ਬਾਈ ਜੀ ਤੁਹਾਨੂੰ ਕੀ ਲੱਗਦਾ ਕਿ ਕੀ ਨਵੇਂ ਕਾਨੂੰਨ ਦੇ ਵਿੱਚ ਇਹ ਅਜਿਹਾ ਸ਼ਬਦ ਹੈ ਜਿੱਥੇ ਪੂਰੇ ਪੰਜਾਬ 'ਚ ਰੋਲਾ ਪਿਆ ਹੋਇਆ? ਸਾਰਾ ਕਿਸਾਨ, ਹਰ ਇੱਕ ਕਿਸਾਨ। ਬਾਈ ਜੀ ਤੁਹਾਨੂੰ ਪਤਾ ਕੀ ਇਸ਼ੂ ਹੈ? ਤੁਸੀਂ ਆਏ ਹੋ ਧਰਨੇ ਤੇ, ਧਰਨੇ ਤੋਂ ਆਏ ਹੋ ਕਾਹਦੇ ਵਾਸਤੇ ਆਏ ਹੋ? ਇੱਕੋ ਗੱਲ ਬਸ, ਹਾਂਜੀ, ਇੱਕੋ ਗੱਲ ਬਸ, ਸਾਡੀ ਤਾਂ ਕੋਈ ਗੱਲ ਨਹੀਂ। ਨਹੀਂ, ਪਰ ਧਰਨੇ ਤੇ ਆਏ ਕਿਉਂ? ਸਿਰਫ ਘੁੰਮਣ ਫਿਰਨ ਆਏ ਹੋ ਜਾਂ ਕਿਸੇ ਸਰਪੰਚ ਨੇ ਕਹਿਤਾ ਸੀ ਚਲੀਏ, ਜਾਂ ਕਿਸੇ ਕਾਂਗਰਸੀ ਲੀਡਰ ਨੇ ਕਹਿਤਾ ਸੀ? ਨਹੀਂ ਕੋਈ ਹਾਂਜੀ, ਕੋਈ ਸਰਪੰਚ ਨੇ ਕਿਸੇ ਨੇ ਨਹੀਂ ਕਿਹਾ ਜ਼ਿਮੀਂਦਾਰ ਆਂਗੇ, ਇਹੀ ਗੱਲ ਕਰਨਾ ਹੈ। ਤੁਸੀਂ ਬਾਈ ਜੀ ਤੁਹਾਨੂੰ ਕੀ ਲੱਗ ਰਿਹਾ? ਤੁਸੀਂ ਗਲੇ 'ਚ ਕਾਂਗਰਸ ਦਾ ਵੀ ਪਾਇਆ, ਤੁਸੀਂ ਵਰਕਰ ਹੋ ਜਾਂ ਕਿਸਾਨ ਹੋ? ਕਿਸਾਨ ਕੀ ਨਵੇਂ ਕਾਨੂੰਨ 'ਚ ਕੀ ਅਜਿਹਾ ਕਿ ਇੰਨੇ ਧਰਨੇ ਲੱਗ ਰਹੇ ਨੇ? ਕਿਉਂ ਤੁਹਾਨੂੰ ਲੱਗ ਰਿਹਾ ਕਿ ਅਗਰ ਇਸ ਤਰੀਕੇ ਨਾਲ ਧਰਨੇ ਦੇਵਾਂਗੇ ਤਾਂ ਕੇਂਦਰ ਸਰਕਾਰ ਮੰਨ ਜਾਏਗੀ, ਜਾਂ ਕਾਂਗਰਸ ਜਿਹੜੀ ਹੈ 2022 ਦੀ ਆਪਣੀ ਤਿਆਰੀ ਕਰ ਰਹੀ ਹੈ? ਕੀ ਤੁਹਾਨੂੰ ਲੱਗ ਰਿਹਾ? ਜਦੋਂ ਇਹਦੇ ਵਿੱਚ ਤਾਂ ਹੈ, ਰਾਜਨੀਤੀ ਵੀ ਹੁੰਦੀ ਹੈ, ਸਾਰਾ ਕੁਝ ਹੈ, ਪਰ ਸਾਨੂੰ ਕਿਸਾਨਾਂ ਨੂੰ ਪਤਾ ਹੈ ਇਹ ਗੱਲ ਦਾ। ਤਾਂ ਇਹ ਦੇਖੋ ਕਿ ਇੱਕ ਲੰਬਾ ਕਾਫਲਾ ਚੱਲਦਾ ਪਿਆ ਵਾ ਇੱਥੇ, तमाम ਕਾਂਗਰਸ ਦੇ ਲੀਡਰ, ਕਾਂਗਰਸ ਦੇ ਵਰਕਰ, ਕਿਸਾਨ, तमाम ਇੱਥੇ ਟਰੈਕਟਰ ਰੈਲੀ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ, ਔਰ ਲਗਾਤਾਰ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਤੁਸੀਂ ਪੜ੍ਹਾਈ ਕਰਦੇ ਹੋ ਜਾਂ ਖੇਤੀ ਕਰ ਰਹੇ ਹੋ? ਖੇਤੀ ਕਰਦੇ ਖੇਤੀ ਕਰ ਰਹੇ ਹੋ? ਕਾਹਦੀ ਖੇਤੀ ਕਰ ਰਹੇ ਹੋ? ਵੀ ਹੁੰਦੀ ਹੈ ਖੇਤੀ ਜੀ। ਬਾਈ ਜੀ ਨਵੇਂ ਕਾਨੂੰਨ ਆਏ ਆ, ਨਵੇਂ ਕਾਨੂੰਨਾਂ ਬਾਰੇ ਕੀ ਪਤਾ ਵਾ? ਇਹਨੂੰ ਪਤਾ ਜਿਆਦਾ ਤਾਂ ਬਾਈ ਜੀ ਨਵੇਂ ਕਾਨੂੰਨਾਂ ਬਾਰੇ ਕੀ ਪਤਾ? ਯਾਰ ਇਹਨਾਂ ਦਾ ਪਤਾ ਨਹੀਂਗਾ, ਪਰ ਜ਼ਿਮੀਂਦਾਰ ਹੈਗੇ ਆ। ਮੋਦੀ ਨੇ ਕੰਮ ਖਰਾਬ ਕਰ ਰਿਹਾ। ਬਾਈ ਜੀ ਕੀ ਲੱਗਦਾ ਕਿ ਨਵੇਂ ਕਾਨੂੰਨਾਂ ਦੇ ਨਾਮ ਕੀ ਨੇ? ਐਵੇਂ ਤਾਂ ਨਾਮ ਕੀ ਨੇ? ਸਾਨੂੰ ਪਤਾ ਨਹੀਂ। ਬਾਈ ਜੀ ਤੁਸੀਂ ਇੱਥੇ ਆਏ ਹੋਏ ਹੋ ਸਰਪੰਚ ਦੇ ਕਹਿਣ ਤੇ ਆਏ ਹੋ ਜਾਂ ਖੁਦ ਕਿਸਾਨ ਹੋ ਇਸ ਕਰਕੇ ਆਏ ਹੋ? ਕਿਸਾਨ ਵੀ ਸਰਪੰਚ ਦੇ ਕਹਿਣ ਤੇ ਨਹੀਂ। ਸਰਪੰਚ ਦੇ ਤੁਹਾਨੂੰ ਕੀ ਕਮੀਆਂ ਕੀ ਲੱਗਦੀਆਂ ਨਵੇਂ ਕਾਨੂੰਨ 'ਚ? ਨਵੇਂ ਨਾਮ ਪਤਾ ਤਿੰਨਾਂ ਕਾਨੂੰਨਾਂ ਬਾਰੇ? ਨਹੀਂ, ਤਿੰਨਾਂ ਬਾਰੇ ਤੁਹਾਨੂੰ ਕੀ ਕਮੀਆਂ ਕੀ ਨੇ ਨਵੇਂ ਕਾਨੂੰਨਾਂ 'ਚ? ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਦੂਰ ਹੋਣੀਆਂ ਚਾਹੀਦੀਆਂ? ਇਹ ਕਿਸਾਨ ਮਾਰੂ ਹੈ ਜੀ, ਉਹਦੇ ਕਰਕੇ ਨਹੀਂ ਸਮਝ ਆਇਆ। ਕਿਉਂ ਲੱਗਦਾ ਤੁਹਾਨੂੰ ਕਿਸਾਨ ਮਾਰੂ ਹੈ? ਇਹ ਭਾਅ ਨਹੀਂ ਸਹੀ ਦੇਣਗੇ ਜੀ, ਕੌਣ ਕਹਿ ਰਿਹਾ ਭਾਸ਼ਾ ਹੀ ਨਹੀਂ ਦਿੰਦੇ? ਸਰਕਾਰੀ ਤੇ ਇਹਦੇ ਵਿੱਚ ਕਿਹੜੀ ਸਰਕਾਰ ਕਹਿ ਰਹੀ ਕਿ ਭਾਸ਼ਾ ਹੀ ਨਹੀਂ ਦਿੰਦੀ? ਅਕਾਲੀ ਦਲ ਵਾਲੇ ਵੀ ਕਹਿ ਰਹੇ, ਕਾਂਗਰਸ ਵਾਲੇ ਵੀ ਕਹਿ ਰਹੇ। ਤੁਹਾਨੂੰ ਲੱਗਦਾ ਨਹੀਂ ਕਿ ਸਾਰੇ ਆਪਣੀਆਂ ਵੋਟਾਂ ਲੈਣ ਦੇ ਲਈ ਇਹ ਕਿਸਾਨਾਂ ਨੂੰ ਇਸਤੇਮਾਲ ਕਰਦੇ ਨੇ? ਹਾਂ ਜੀ, ਲੱਗਦਾ ਜੀ, ਲੱਗਦਾ। ਤਾਂ ਇਹ ਤਸਵੀਰ ਹੈ, ਜ਼ਿਆਦਾਤਰ ਕਿਸਾਨਾਂ ਨੂੰ ਇਸ ਬਾਰੇ ਨਹੀਂ ਜਾਣਕਾਰੀ ਕਿ ਕਿਉਂ ਆਏ ਆ ਔਰ ਕੀ ਨਵੇਂ ਕਾਨੂੰਨ 'ਚ ਹੈ, ਨਵੇਂ ਕਾਨੂੰਨਾਂ ਦੇ ਨਾਮ ਕੀ ਨੇ, ਔਰ ਇੱਕ ਦੂਸਰੇ ਦੇ ਪਿੱਛੇ ਲੱਗ ਕੇ ਕਿਸਾਨ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ। ਕਿੰਨੇ ਏਕੜ ਤੁਹਾਡੇ ਕੋਲ ਜ਼ਮੀਨ ਹੈ? ਕਿੰਨੇ ਏਕੜ ਤੁਹਾਡੇ ਕੋਲ ਜ਼ਮੀਨ ਹੈ? ਸਾਡੇ ਕੋਲ ਤਾਂ ਇਸ ਟਾਈਮ 4 ਏਕੜ ਹੈ ਜੀ, 4 ਏਕੜ ਵਿਹਲਾ ਵੇਚ ਦੇਤੀ। 4 ਏਕੜ। ਇਹ ਨਵੇਂ ਕਾਨੂੰਨਾਂ ਬਾਰੇ ਪਤਾ ਹੈ ਕਿ ਕੀ ਨਵੇਂ ਕਾਨੂੰਨ ਹੈ, ਕੀ ਇਹਦੇ ਵਿੱਚ ਕਮੀਆਂ ਨੇ? ਇੰਨਾ ਨਹੀਂ ਪਤਾ ਜੀ। ਬਾਈ ਜੀ ਕੀ ਪਤਾ ਤੁਹਾਨੂੰ? ਪਤਾ ਕਿ ਨਵੀਆਂ ਕਮੀਆਂ ਕੀ ਨੇ? ਇਹ ਕਮੀਆਂ ਨੇ, ਉਹ ਕਮੀਆਂ ਨੂੰ ਦੂਰ ਕੀਤਾ ਜਾਵੇ, ਕੇਂਦਰ ਸਰਕਾਰ ਉਹ ਕਮੀਆਂ ਨੂੰ ਦੂਰ ਕਰੇ। ਇਹ ਕਮੀਆਂ ਇਸ ਕਰਕੇ ਨਹੀਂ ਜੀ, ਜੋ ਸਾਡੀਆਂ ਮੰਡੀਆਂ ਨੇ, ਅਸੀਂ ਮੰਡੀ ਮੈਂ ਫਸਲ ਵੇਚਦੇ ਆ, ਉਹਦੇ ਵਿੱਚ ਉਹ ਆਤੀ ਹੈ ਦਿੱਕਤ, ਇਹਨਾਂ ਨੇ ਮੰਡੀਆਂ ਤੋੜਤੀਆਂ ਵੀ ਖਰੀਦਦਾਰ ਦੀ ਮਰਜ਼ੀ ਹੋਊਗੀ, ਉਹ ਖਰੀਦੇ ਚਾਹੇ ਨਾ ਖਰੀਦੇ, ਚਾਹੇ ਉਹਦਾ ਜੀ ਕਰੇ ਨਾ ਲਵੇ। ਤਾਂ ਹੁਣ ਕੀ ਤਬਦੀਲੀ ਆਣੀ ਚਾਹੀਦੀ? ਔਰ ਇਦਾਂ ਧਰਨਿਆਂ ਨਾਲ ਕੋਈ ਗੱਲ ਬਣੇਗੀ ਜਾਂ ਸਿਰਫ ਲੀਡਰ ਆਉਂਦੇ ਆ, ਕਦੀ ਸੁਖਵੀਰ ਬਾਦਲ, ਕਦੀ ਰਾਹੁਲ ਗਾਂਧੀ, ਕਦੀ ਮੋਦੀ ਆਣਗੇ, ਕਦੀ ਕੇਜਰੀਵਾਲ ਆਣਗੇ, ਕੋਈ ਹੱਲ ਕਰਨਗੇ ਜਾਂ ਸਿਰਫ ਵੋਟਾਂ ਲਈ ਆ ਰਹੇ? ਇਹ ਤਾਂ ਫਿਰ ਵੋਟਾਂ ਵਾਸਤੇ ਆ ਰਹੇ ਨੇ, ਹੱਲ ਤਾਂ ਫਿਰ ਜੱਟੇ ਕਰਨ, ਜਿਹੜੇ ਧਰਨੇ ਪੰਪਾਂ ਤੇ ਲਾਈ ਬੈਠੇ ਨੇ, ਕਿਸਾਨ ਯੂਨੀਅਨ ਜਿਵੇਂ ਬੈਠੀਆਂ ਨੇ, ਉਹ ਆ ਕੇ ਹੱਲ ਕਰਨਗੇ। ਤਾਂ ਲੱਗਦਾ ਇਸ ਤਰੀਕੇ ਨਾਲ ਹੁਣ ਰਾਹੁਲ ਗਾਂਧੀ ਆਏ ਹੋਏ ਆ, ਉਹ ਆਪਣੀ ਗੱਲਬਾਤ ਕਰ ਰਹੇ, ਉਹ ਕਹਿ ਰਹੇ ਸਾਡੀ ਸਰਕਾਰ 24 'ਚ ਆ ਗਈ, ਫਿਰ ਅਸੀਂ ਕਾਨੂੰਨ ਰੱਦ ਕਰ ਦਾਂਗੇ। ਇਹਨਾਂ ਨੇ ਕੀ ਕਰਨਾ ਜੀ? ਇਹਨਾਂ ਨੇ ਤਾਂ ਆਪਦਾ ਇਕੱਠੀ ਉਹ ਕਰਨ ਵਾਸਤੇ ਆਏ ਨੇ, ਵੋਟਾਂ ਇਕੱਠੀਆਂ ਕਰਾਂਗੇ। ਤੇ ਫਿਰ ਤੁਸੀਂ ਇੱਥੇ ਕਿਉਂ ਆਏ ਉਹਨਾਂ ਦੇ? ਅਸੀਂ ਤਾਂ ਆਪਦੇ ਹੱਕ ਤੇ ਲੜਦੇ ਫਿਰਦੇ ਆ। ਹਾਂ, ਕੀ ਤੁਹਾਨੂੰ ਕੀ ਲੱਗ ਰਿਹਾ ਬਾਈ ਜੀ? ਤੁਸੀਂ ਸਾਰੀ ਜ਼ਿੰਦਗੀ ਖੇਤੀ ਕੀਤੀ ਹੋਣੀ ਹੈ, ਕਿ ਨਵੇਂ ਕਾਨੂੰਨਾਂ 'ਚ ਇਹ 3 ਕਮੀਆਂ ਨੇ ਔਰ ਇਹ ਨਵੇਂ ਕਾਨੂੰਨਾਂ ਅਸੀਂ ਸਾਨੂੰ ਗਦਾਰ ਕਰਨਾ ਚਾਹੁੰਦੀ ਹੈ ਸਰਕਾਰ। ਹਾਂ,
ਵੀ ਸਾਡੀ ਜ਼ਮੀਨ ਵਿਕ ਜੇ। ਜ਼ਮੀਨ ਆਪਦੀ ਕਬਜ਼ਾ ਕਰਨ ਨੂੰ ਫਿਰਦੀ ਹੈ, ਦਿਹਾੜੀ ਕਰਨਾ। ਤਾਂ ਇਹ ਲਗਾਤਾਰ ਅਸੀਂ ਕਿਸਾਨਾਂ ਤੋਂ ਪੁੱਛ ਰਹੇ ਹਾਂ ਔਰ ਕਈ ਸਾਰੇ ਇੱਥੇ ਜ਼ਿਮੀਂਦਾਰ ਨੇ, ਉਹਨਾਂ ਨਾਲ ਗੱਲਬਾਤ ਕਰ ਰਹੇ ਆ ਕਿ ਕੀ ਨਵੇਂ ਕਾਨੂੰਨਾਂ 'ਚ ਕਮੀਆਂ ਨੇ। ਬਾਈ ਜੀ ਤੁਸੀਂ, ਇਹ ਬੇਟੇ ਨੇ ਤੁਹਾਡੇ, ਤੁਸੀਂ ਦੋਵੇਂ ਜਾਣੇ ਖੇਤੀ ਕਰਦੇ ਹੋ, ਸ਼ੁਰੂ ਤੋਂ ਖੇਤੀ ਕਰ ਰਹੇ ਹੋ, ਨਵੇਂ ਕਾਨੂੰਨ 'ਚ ਕੀ ਲੱਗਦਾ ਕਿ ਇਹ ਫਰਕ ਹੈ ਔਰ ਇਹ ਸੁਧਾਰ ਹੋਣੇ ਚਾਹੀਦੇ? ਨਵੇਂ ਕਾਨੂੰਨ ਤੇ ਜਿਹੜੇ ਇਹਨਾਂ ਨੇ ਉਹ ਲਾਗੂ ਕਰੇ ਨੇ ਜੀ, ਆ 3 ਬਿੱਲ, ਇਹ ਜ਼ਿਮੀਂਦਾਰਾਂ ਵਾਸਤੇ ਬਹੁਤ ਗਲਤ ਨੇ ਜੀ। ਕੀ ਕਮੀਆਂ ਕੀ ਲੱਗ ਰਹੀਆਂ ਤੁਹਾਨੂੰ? ਕਮੀਆਂ ਕੀ ਜੀ, ਮਤਲਬ ਹੁਣ 2 ਸਾਲ ਤਾਂ ਦੇਣਗੇ ਜੀ ਇਹ ਵਧੀਆ ਸਾਨੂੰ ਭਾ, ਉਦੋਂ ਬਾਅਦ ਇਹ ਆਪਦੇ ਹੱਥ ਲੈ ਲੈਣੇ ਕਾਨੂੰਨ ਹੱਥ ਲੈ ਕੇ ਫਿਰ ਆਪਦੀ ਮਨਮਰਜ਼ੀ ਕਰਿਆ ਕਰਨਗੇ। ਬਾਈ ਜੀ ਤੁਸੀਂ ਕਿੰਨਾ ਪੜ੍ਹੇ ਹੋ ਔਰ ਕਦੋਂ ਤੋਂ ਖੇਤੀ ਕਰ ਰਹੇ ਹੋ? ਮੈਂ ਜੀ ਮਾਸਟਰਸ ਕੀਤੀ ਹੈ ਤੇ ਮਤਲਬ ਖੇਤੀਬਾੜੀ ਕਰਦੇ ਹਾਂ। ਦੱਸ ਸਕੋਗੇ ਆਪਣੇ ਪਿੰਡ 'ਚ ਆਪਣੀ ਸਰਪੰਚ ਨੂੰ, ਪੰਚਾਇਤਾਂ ਨੂੰ, ਕੀ ਇਹ ਕਮੀਆਂ ਨੇ, ਆਪਾਂ ਇਹ ਗ੍ਰਾਮ ਪੰਚਾਇਤਾਂ ਪਾਸ ਕਰਾਈਏ ਜਾਂ ਕੀ ਕੁਝ ਕਰੀਏ? ਤੁਸੀਂ ਕੁਝ ਕਰੋਗੇ? ਨਹੀਂ, ਗ੍ਰਾਮ ਪੰਚਾਇਤਾਂ ਵਾਲਾ ਠੀਕ ਆ ਜੀ ਮੁੱਦਾ, ਮਤਲਬ ਪਰ ਬਹੁਤ ਜ਼ਿਆਦਾ ਨੌਲੇਜ ਨਹੀਂ ਨਾ ਹੈਗੀ ਇੱਕ ਤਾਂ ਪਿੰਡਾਂ 'ਚ, ਮਤਲਬ ਇਹ ਗ੍ਰਾਮ ਪੰਚਾਇਤਾਂ ਵਾਲਾ ਜਿਹੜਾ ਵਿਸ਼ਾ। ਤਾਂ ਕੀ ਨਵੇਂ ਕਾਨੂੰਨਾਂ 'ਚ ਇਹ ਤਬਦੀਲੀ ਆਣੀ ਚਾਹੀਦੀ ਹੈ ਤੁਹਾਨੂੰ ਲੱਗ ਰਿਹਾ? ਦੋਏ ਸਰਕਾਰਾਂ ਨਹੀਂ ਆਉਣੀ ਚਾਹੀਦੀਆਂ, ਦੋਏ ਨਹੀਂ ਵੀਰੇ ਕੋਈ ਸੁਧਾਰ ਕਰਦੀਆਂ ਹੈਗੀਆਂ। ਪਰ ਕਿਸਾਨ ਯੂਨੀਅਨ ਹੁਣ ਆਪਦਾ ਝੰਡਾ ਚੱਕਾਂਗੇ, ਚੱਕ ਲਿਆ ਉਹੀ ਪਾਰ ਮੈਂ ਝੰਡਾ ਚੱਕ ਕੇ ਗੱਲਬਾਤ ਤਾਂ ਟੇਬਲ ਤੇ ਕਰਨੀ ਪਏਗੀ। ਤਾਂ ਮੋਦੀ ਸਰਕਾਰ ਤੋਂ ਕੀ ਚਾਹੁੰਦੇ ਹੋ ਕਿ ਇਹ ਸੁਧਾਰ ਹੋਣ ਨਵੇਂ ਕਾਨੂੰਨਾਂ ਨੂੰ ਲੈ ਕੇ? ਸਾਡੇ ਤਾਂ ਵੀਰੇ ਨਵੇਂ ਸਾਡੇ ਗਾਹਾਂ ਜਿਹੜੇ ਸੁਧਾਰ ਕਰੂ ਤਾਂ ਸਾਡੇ ਭਗਵੰਤ ਮਾਨ ਆ, ਉਹੀ ਪਹੁੰਚਾਉਂਦਾ ਗਾਹਾਂ ਗੱਲ, ਇੰਨਾ ਹੀ ਨਾ ਹੁਣ ਤੱਕ ਪਹੁੰਚਾਈ ਆ ਕਿਸੇ ਨੇ। ਨਹੀਂ, ਲੇਕਿਨ ਇਹ ਕਿ ਕਿਸਾਨੀ, ਹਰ ਬੰਦਾ ਕਹਿ ਰਿਹਾ ਕਿ ਕਿਸਾਨੀ ਖਰਾਬ ਹੋ ਰਹੀ ਹੈ, ਨੁਕਸਾਨ ਹੋਏਗਾ। ਕਿ ਕਿਹੜੇ ਨੁਕਸਾਨ ਹੋਣਗੇ ਜਿਹੜੇ ਤੁਹਾਨੂੰ ਸ਼ੰਕੇ ਨੇ ਇਸ ਵੇਲੇ? ਸਾਨੂੰ ਫਸਲਾਂ ਦੀ ਮੁੱਲ ਨਹੀਂ ਮਿਲਣਾ ਵੀਰੇ, ਪਹਿਲਾਂ ਤੋਂ ਨਹੀਂ ਮਿਲ ਰਿਹਾ ਸੀ ਜਾਂ ਹੁਣ ਨਹੀਂ ਮਿਲ ਰਿਹਾ? ਅੱਗੇ ਨਹੀਂ ਮਿਲਣਾ ਸਾਨੂੰ। ਅੱਛਾ, ਹੁਣ ਸਾਡੇ ਪਤਾ ਸੀਗਾ ਕੋਈ ਫਿਕਸ ਰੇਟ ਤੇ ਵੀ ਆਹ ਰੇਟਾਂ ਤੋਂ ਥੱਲੇ ਸਾਡੀ ਫਸਲ ਨਹੀਂ ਜਾਊਗੀ, ਉਦੋਂ ਉੱਪਰ ਵਿਕੂਗੀ। ਗਾਹਾਂ ਦਾ ਸਾਡਾ ਕੋਈ ਮੁੱਲ ਹੀ ਨਹੀਂ ਦਿਸ ਰਿਹਾ ਹੈਗਾ। ਲੇਕਿਨ ਪ੍ਰਧਾਨ ਮੰਤਰੀ ਕਹਿ ਰਹੇ ਕਿ ਐਮਐਸਪੀ ਨਹੀਂ ਖਤਮ ਕੀਤੀ ਜਾਏਗੀ, ਮੰਡੀਆਂ ਨਹੀਂ ਖਤਮ ਕੀਤੀਆਂ ਜਾਣਗੀਆਂ, ਸਿਆਸੀ ਪਾਰਟੀਆਂ ਗੁੰਮਰਾਹ ਕਰ ਰਹੀਆਂ ਨੇ, ਇਸ ਤਰੀਕੇ ਨਾਲ ਲਗਾਤਾਰ ਕਿਹਾ ਜਾ ਰਿਹਾ। ਨਹੀਂ ਵੀਰੇ, ਇਹ ਚੱਲ ਰਿਹਾ, ਜੇ ਕੋਈ ਗੱਲ ਉੱਡੀ ਆ ਤਾਂ ਹੀ ਅੱਗ ਲੱਗੀ ਆ ਤਾਂ ਹੀ ਧੂੰਆਂ ਉੱਡਿਆ ਨਾ। ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੀ ਕਿੰਨੀ ਜ਼ਮੀਨ ਆ ਤੁਹਾਡੇ ਕੋਲ? ਤੁਸੀਂ ਖੇਤੀ ਕਰਦੇ ਹੋ, ਪੜ੍ਹਦੇ ਹੋ ਜਾਂ ਕਿਤੇ ਨੌਕਰੀ ਕਰਦੇ ਹੋ? ਭਾਜੀ ਜਿਹੜਾ ਐਮਐਸਪੀ ਚ ਲਾਗੂ ਕੀਤਾ ਇਹਨਾਂ ਨੇ, ਹਾਂਜੀ, ਇਹ ਕਿਸਾਨ ਨੂੰ ਮਾਰਨ ਨੀਤੀ ਵਾਸਤੇ ਤਿਆਰ ਕੀਤਾ ਗਿਆ। ਹਾਂਜੀ, ਅੱਜ ਵੀ ਆਪਾਂ ਇੱਕ ਮੰਡੀ 'ਚ ਖੜਿਆਂਗੇ, ਝੋਨੇ ਦਾ ਟਾਈਮ ਹੈ, ਉਰੇ ਪੂਰੀ ਫਸਲ ਹੋਣੀ ਚਾਹੀਦੀ ਸੀਗੀ। ਅੱਜ ਦੇਖ ਲਓ ਕਿਸਾਨਾਂ ਨੂੰ ਕੀ ਕਰਨਾ ਪੈ ਰਿਹਾ ਆਪਦੇ ਹੱਕਾਂ ਵਾਸਤੇ। ਇਹ ਜ਼ਿੰਮੇਵਾਰੀ ਸੂਬਾ ਸਰਕਾਰਾਂ ਦੀ ਬਣਦੀ ਹੈ ਜਾਂ ਕੇਂਦਰ ਸਰਕਾਰ ਦੀ ਬਣਦੀ ਹੈ? ਔਰ ਨਵੇਂ ਕਾਨੂੰਨ 'ਚ ਅਜਿਹਾ ਕੀ ਹੈ ਕਿ ਪੂਰਾ ਪੰਜਾਬ ਦਾ ਕਿਸਾਨ ਸੜਕਾਂ ਤੇ ਹੈ? ਨਵੇਂ ਕਾਨੂੰਨ 'ਚ ਕੋਈ ਕਿਸਾਨ ਵਾਸਤੇ ਕੋਈ ਦਿੱਤਾ ਹੀ ਨਹੀਂ ਗਿਆ ਉਹਨਾਂ ਨੇ ਕੁਛ, ਕਿਸਾਨ ਨੂੰ ਮਾਰੂ ਨੀਤੀ ਦੇ ਹੀ। ਲੇਕਿਨ ਕੇਂਦਰ ਸਰਕਾਰ ਲਗਾਤਾਰ ਕਹਿ ਰਹੀ ਕਿ ਆਮਦਨ ਦੁੱਗਣੀ ਕਰ ਰਾਂਗੇ, ਗੁੰਮਰਾਹ ਕੀਤਾ ਜਾ ਰਿਹਾ ਕਿਸਾਨਾਂ ਨੂੰ, ਇਸ ਤਰੀਕੇ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਨਹੀਂ, ਗੁੰਮਰਾਹ ਹੈ ਜੀ, ਉਹ ਤਾਂ ਸਭ ਕਲੀਅਰ ਹੈ ਆਪਾਂ ਨੂੰ, ਆਹ ਵੀ ਗੁੰਮਰਾਹ ਵਾਲੀ ਕੰਮ ਹੈਗਾ, ਹੋਰ ਕੀ ਹੈਗਾ। ਪੰਜਾਬ ਦਾ ਕਿਸਾਨ ਇਸ ਵੇਲੇ ਮੰਡੀਆਂ 'ਚ ਰੋਲ ਰਿਹਾ ਵਾ ਔਰ ਤਮਾਮ ਸਿਆਸੀ ਪਾਰਟੀਆਂ ਆਪਣੀ ਵੋਟ ਬੈਂਕ ਦੇ ਲਈ ਕਿਤੇ ਨਾ ਕਿਤੇ ਕਿਸਾਨਾਂ ਨੂੰ ਇਸਤੇਮਾਲ ਕਰ ਰਿਹਾ। ਔਰ ਕਿਸਾਨ ਲਗਾਤਾਰ ਇਹ ਕਹਿ ਰਿਹਾ ਕਿ ਉਹਨਾਂ ਨੂੰ ਚਿੰਤਾ ਇਸ ਗੱਲ ਦੀ ਹੈ ਕਿ ਫਸਲਾਂ ਜਿਹੜੀਆਂ ਨੇ ਉਹ ਸਹੀ ਕੀਮਤ ਤੇ ਨਹੀਂ ਚੁੱਕੀਆਂ ਜਾਣਗੀਆਂ, ਯਾਨੀ ਕਿ ਐਮਐਸਪੀ ਜਿਹੜੀ ਹੈ ਉਹ ਖਤਮ ਹੋ ਜਾਏਗੀ। ਹਾਲਾਂਕਿ ਨਵੇਂ ਕਾਨੂੰਨਾਂ ਬਾਰੇ ਕਿਸਾਨ ਜ਼ਿਆਦਾ ਨਹੀਂ ਜਾਣਦਾ, ਲੇਕਿਨ ਕਿਸਾਨਾਂ ਨੂੰ ਇਸ ਗੱਲ ਦੇ ਸ਼ੰਕੇ ਨੇ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਉਹਨਾਂ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਜਦੋਂ ਉਹਨਾਂ ਨੂੰ ਪੁੱਛਿਆ ਕਿ ਨਵੇਂ ਕਾਨੂੰਨਾਂ 'ਚ ਕੀ ਅਜਿਹੀ ਕਮੀ ਹੈ ਤਾਂ ਜ਼ਿਆਦਾਤਰ ਕਿਸਾਨ ਕਹਿ ਰਹੇ ਸੀਗੇ ਕਿ ਉਹਨਾਂ ਨੂੰ ਇਸ ਮੁਤਲਕ ਜਾਣਕਾਰੀ ਨਹੀਂ ਹੈ, ਲੇਕਿਨ ਉਹਨਾਂ ਨੂੰ ਇਹ ਲੱਗ ਰਿਹਾ ਕਿ ਨਵੇਂ ਕਾਨੂੰਨ ਜਿਹੜੇ ਨੇ ਕਿਸਾਨੀ ਦੇ ਲਈ ਘਾਤਕ ਸਾਬਤ ਹੋ ਸਕਦੇ ਨੇ। ਇਸ ਰੈਲੀ ਦੇ ਵਿੱਚ ਬੱਚੇ ਹੋਣ ਜਾਂ ਵੱਡੇ, ਬਜ਼ੁਰਗ ਹੋਣ ਜਾਂ ਮਹਿਲਾਵਾਂ, ਸਾਰੇ ਪਹੁੰਚੇ ਹੋਏ ਸਨ। ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕਣ ਦੀ ਗੱਲ ਕਹੀ ਗਈ, ਪਰ ਹੱਕ ਕੀ ਹੈ, ਫਾਇਦੇ ਕੀ ਨੇ, ਨੁਕਸਾਨ ਕੀ ਹੈ, ਪਤਾ ਸ਼ਾਇਦ ਬਹੁਤਿਆਂ ਨੂੰ ਨਹੀਂ। ਇਹ तमाम ਲੋਕ ਜਿਹੜੇ ਨੇ ਇੱਥੋਂ ਦੇ ਉਹ ਪਹੁੰਚੇ ਹੋਏ ਨੇ, ਕੁਝ ਕਿਸਾਨ ਨੇ, ਕੁਝ ਵਰਕਰ ਨੇ, ਕੁਝ ਮਜ਼ਦੂਰ ਨੇ। ਇਹ ਮਹਿਲਾਵਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਕੀ ਰਾਏ ਹੈ, ਨਵੇਂ ਕਾਨੂੰਨਾਂ ਬਾਰੇ ਤੁਹਾਨੂੰ ਕੀ ਜਾਣਕਾਰੀ ਹੈ ਔਰ ਕੀ ਤੁਹਾਨੂੰ ਲੱਗਦਾ ਬਦਲਾਅ ਕੀਤੇ ਜਾਣੇ ਚਾਹੀਦੇ ਆ? ਬਦਲਾਅ ਕੀਤੇ ਜਾਣੇ, ਜਿਵੇਂ ਆੜ੍ਹਤੀਆਂ ਦਾ ਉਹ ਛੱਡ ਰਹੇ ਨੇ ਤਾਂ ਸਾਨੂੰ ਪੈਸੇ ਮਿਲਣੇ ਚਾਹੀਦੇ ਨੇ, ਤਾਂ ਹੀ ਅਸੀਂ ਜ਼ਮੀਨ ਠੇਕੇ ਤੇ ਲੈ ਕੇ ਕਰਾਂਗੇ। ਲੇਕਿਨ ਕੇਂਦਰ ਸਰਕਾਰ ਕਹਿ ਰਹੀ ਕਿ ਐਮਐਸਪੀ ਤੇ ਆੜ੍ਹਤੀਏ ਨਹੀਂ ਖਤਮ ਕੀਤੇ ਜਾਣਗੇ, ਤੁਹਾਨੂੰ ਕੀ ਲੱਗਦਾ ਕੀ ਹੋਣਾ ਚਾਹੀਦਾ? ਆੜ੍ਹਤੀਏ ਨਹੀਂ ਪੈਸੇ ਦਿੰਦੇ ਆ, ਅਸੀਂ ਠੇਕੇ ਤੇ ਜ਼ਮੀਨ ਲੈ ਕੇ ਅਸੀਂ ਆਪਦਾ ਰੁਜ਼ਗਾਰ ਕਰਦੇ ਆ। ਆਦਮੀ ਮੇਰੇ ਸਿਰ ਤੇ ਨਹੀਂ ਹੈਗਾ। ਜਿਵੇਂ ਨਵੇਂ ਕੇਂਦਰ ਸਰਕਾਰ ਦੇ ਨਵੇਂ ਕਾਨੂੰਨਾਂ 'ਚ ਤੇ ਇਸ ਬਾਰੇ ਕੁਝ ਇਦਾਂ ਦਾ ਨਹੀਂ ਹੈਗਾ ਕਿ ਕੁਝ ਬਦਲਾਅ ਕੀਤੇ ਹੋਣ? ਨਹੀਂ, ਸਾਨੂੰ ਕੋਈ ਮਿਲਦੀ ਨਹੀਂ, ਅਸੀਂ ਤੁਰਤ ਕਰਕੇ ਠੇਕੇ ਕੁਛ ਆੜ੍ਹਤੀਆਂ ਨੂੰ ਦੇ ਦਿੰਦੇ ਆ, ਕੁਛ ਅਸੀਂ ਆਪਦੇ ਘਰ ਦਾ ਰੁਜ਼ਗਾਰ ਚਲਾਉਂਦੇ ਆ। ਬੈਠਾ ਜਦੋਂ ਦਾ ਪੇੜ ਅਗਰ ਕੀ ਹੋ ਰਿਹਾ ਨਹੀਂ, ਲੇਕਿਨ ਨਵੇਂ ਕਾਨੂੰਨਾਂ 'ਚ ਤੁਹਾਨੂੰ ਕੀ ਲੱਗਦਾ ਹੈ? ਕੁਛ ਨਹੀਂ, ਨਵੇਂ ਕਾਨੂੰਨ ਬਣਾ ਲੈਂਦੇ, ਕੁਛ ਨਹੀਂ ਕਰਦੇ, ਫਿਰ ਸਾਰੇ ਸਬੂਤ ਪਏ ਸਾਡੇ ਕੋਲ। ਤਾਂ ਇਹ ਪੰਜਾਬ ਦੇ ਲੋਕ ਨੇ ਔਰ ਘੱਟ ਜਾਣਕਾਰੀ ਹੈ ਨਵੇਂ ਕਾਨੂੰਨਾਂ ਬਾਰੇ।
ਲੇਕਿਨ ਇਹ ਕਹਿ ਰਹੇ ਨੇ ਆਪਣੀ ਜੋ ਰਾਏ ਰੱਖਦੇ ਨੇ ਉਸ ਮੁਤਲਕ ਜਾਣਕਾਰੀ ਦੇ ਰਹੇ। ਤੁਹਾਨੂੰ ਕੀ ਲੱਗ ਰਿਹਾ ਨਵੇਂ ਕਾਨੂੰਨਾਂ 'ਚ ਕੀ ਬਦਲਾਵ ਜਿਹੜੇ ਤੁਸੀਂ ਸੋਚ ਰਹੇ ਹੋ ਕਰਨੇ ਚਾਹੀਦੇ ਨੇ? ਸ਼ਾਇਦ ਇਹਨਾਂ ਨੂੰ ਪਤਾ ਵੀ ਨਹੀਂ ਕਿ ਕਿਸ ਵਜ੍ਹਾ ਕਰਕੇ ਆਏ ਨੇ ਨਵੇਂ ਕਾਨੂੰਨ, ਕੀ ਨੇ, ਕੀ ਕੁਝ ਬਦਲਾਅ ਹੋਣੇ ਚਾਹੀਦੇ ਨੇ। ਪੀਐਮ ਕਹਿੰਦੇ ਨੇ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਖਤਮ ਨਹੀਂ ਕੀਤੀ ਜਾਵੇਗੀ, ਮੰਡੀ ਸਿਸਟਮ ਖਤਮ नहीं होगा। साथियों, इन सुधारों से कृषि में निवेश बढ़ेगा, किसानों को आधुनिक टेक्नोलॉजी मिलेगी, किसानों के उत्पाद और आसानी से अंतर्राष्ट्रीय बाजार में पहुंचेंगे। मुझे बताया गया है कि यहां बिहार में हाल ही ਪਰ ਕਾਂਗਰਸ ਦਾ ਕਹਿਣਾ ਹੈ ਕਿ ਇਹ ਬਿੱਲ ਕਿਸੇ ਵੀ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਹੈ। ਜੇਕਰ ਹੱਕ ਦੇ ਵਿੱਚ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਮੀਡੀਆ ਦੇ ਸਾਹਮਣੇ ਆਉਣ, ਖੁਦ ਕਿਸਾਨਾਂ ਦੇ ਸਾਹਮਣੇ ਆਉਣ, ਪੰਜਾਬ ਦੇ ਵਿੱਚ ਆਉਣ ਅਤੇ ਆਮੋ ਸਾਹਮਣੇ ਗੱਲ ਕਰਨ। ऐसे प्रेस कॉन्फ्रेंस में बैठ के क्यों नहीं बोलते नरेंद्र मोदी जी कि ये किसानों के हक में है? पंजाब में आके क्यों नहीं बोलते? पंजाब के किसानों के साथ खड़े होकर क्यों नहीं बोलते? ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜਾ ਇਹ ਉਹ ਖੇਤੀਬਾੜੀ ਬਿੱਲ ਹੈ ਜਿਸ ਨੂੰ ਲੈ ਕੇ ਵਿਰੋਧ ਹੋ ਰਿਹਾ ਹੈ। ਕ੍ਰਿਸ਼ੀ ਉਪਜ ਵਪਾਰ ਅਤੇ ਵਣਜ ਬਿੱਲ 2020, ਕ੍ਰਿਸ਼ਕ ਕੀਮਤ ਭਰੋਸਾ ਤੇ ਖੇਤੀ ਸੇਵਾ ਦੇ ਉੱਤੇ ਕਰਾਰ ਵਿਧੇਇਕ 2020, ਜ਼ਰੂਰੀ ਵਸਤਾਂ ਵਿਧੇਇਕ 2020, ਕ੍ਰਿਸ਼ਕ ਉਪਜ ਵਣਜ ਅਤੇ ਵਪਾਰ ਵਿਧੇਇਕ 2020। ਇਸ ਬਿੱਲ ਦੇ ਵਿੱਚ ਇੱਕ ਅਜਿਹਾ ਇਕੋਸਿਸਟਮ ਬਣਾਉਣ ਦੀ ਤਜਵੀਜ਼ ਹੈ ਜਿੱਥੇ ਕਿਸਾਨਾਂ ਤੇ ਵਪਾਰੀਆਂ ਨੂੰ ਮੰਡੀ ਤੋਂ ਬਾਹਰ ਫਸਲ ਵੇਚਣ ਦੀ ਆਜ਼ਾਦੀ ਹੋਵੇਗੀ। ਸੂਬੇ ਦੇ ਅੰਦਰ ਅਤੇ ਦੋਵੇਂ ਸੂਬਿਆਂ ਦੇ ਵਿਚਾਲੇ ਵਪਾਰ ਨੂੰ ਵਧਾਵਾ ਮਿਲੇਗਾ। ਮਾਰਕੀਟਿੰਗ ਅਤੇ ਟਰਾਂਸਪੋਰਟੇਸ਼ਨ ਦੇ ਉੱਤੇ ਖਰਚ ਘੱਟ ਕਰਨ ਦੀ ਗੱਲ ਕਹੀ ਗਈ ਹੈ। ਕ੍ਰਿਸ਼ਕ ਕੀਮਤ ਆਸ਼ਵਾਸਨ ਅਤੇ ਖੇਤੀ ਸੇਵਾ ਉੱਤੇ ਕਰਾਰ ਵਿਧੇਇਕ 2020। ਇਸ ਬਿੱਲ ਦੇ ਵਿੱਚ ਖੇਤੀਬਾੜੀ ਕਰਾਰਾਂ ਦੇ ਉੱਤੇ ਕੌਮੀ ਫਰੇਮਵਰਕ ਦੀ ਤਜਵੀਜ਼ ਕੀਤੀ ਗਈ ਹੈ। ਇਹ ਬਿੱਲ ਖੇਤੀ ਉਤਪਾਦਾਂ ਦੀ ਵਿਕਰੀ, ਫਾਰਮ ਸੇਵਾਵਾਂ, ਖੇਤੀਬਾੜੀ ਬਿਜ਼ਨਸ ਫਰਮਾਂ, ਪ੍ਰੋਸੈਸਰਸ, ਥੋਕ ਵਪਾਰੀ, ਵੱਡੇ ਖੁਦਰਾ ਵਪਾਰੀ ਅਤੇ ਨਿਰਯਾਤਕਾਂ ਦੇ ਨਾਲ ਕਿਸਾਨਾਂ ਨੂੰ ਜੋੜਨ ਦੇ ਲਈ ਸਸ਼ਕਤ ਕਰਦਾ ਹੈ। ਐਗਰੀਮੈਂਟ ਕਰਨ ਵਾਲੇ ਕਿਸਾਨਾਂ ਨੂੰ ਵਧੀਆ ਕੁਆਲਿਟੀ ਵਾਲੇ ਬੀਜ ਮੁਹੱਈਆ ਕਰਵਾਉਣਾ, ਤਕਨੀਕੀ ਮਦਦ ਅਤੇ ਫਸਲ ਦੀ ਸਾਂਭ ਸੰਭਾਲ ਦੀ ਨਿਗਰਾਨੀ, ਲੋਨ ਦੀ ਸਹੂਲਤ ਅਤੇ ਫਸਲ ਬੀਮਾ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਜ਼ਰੂਰੀ ਵਸਤਾਂ ਵਿਧੇਇਕ 2020। ਇਸ ਬਿੱਲ ਦੇ ਵਿੱਚ ਅਨਾਜ, ਦਲਹਨ, ਤਿਲਹਨ, ਖਾਦ ਤੇਲ, ਪਿਆਜ਼, ਆਲੂ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਚੋਂ ਹਟਾਉਣ ਦੀ ਤਜਵੀਜ਼ ਹੈ। ਮੰਨਿਆ ਜਾ ਰਿਹਾ ਹੈ ਕਿ ਬਿੱਲ ਦੀਆਂ ਤਜਵੀਜ਼ਾਂ ਦੇ ਨਾਲ ਕਿਸਾਨਾਂ ਨੂੰ ਸਹੀ ਮੁੱਲ ਮਿਲ ਸਕੇਗਾ ਕਿਉਂਕਿ ਬਾਜ਼ਾਰ ਦੇ ਵਿੱਚ ਕੰਪੀਟੀਸ਼ਨ ਵਧੇਗਾ। दो 2015 ਚ ਆਈ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਮੁਤਾਬਕ 94% ਕਿਸਾਨ ਜਾਂ ਤਾਂ ਪ੍ਰਾਈਵੇਟ ਕੰਪਨੀਆਂ ਜਾਂ ਵਪਾਰੀਆਂ ਨੂੰ ਆਪਣੀ ਫਸਲ ਵੇਚਦੇ ਨੇ। ਸਿਰਫ 6% ਕਿਸਾਨ ਅਜਿਹੇ ਨੇ ਜੋ ਐਮਐਸਪੀ ਦੇ ਨਾਲ ਸਰਕਾਰੀ ਏਜੰਸੀਆਂ ਨੂੰ ਆਪਣੀ ਫਸਲ ਵੇਚਦੇ ਨੇ। ਦੇਸ਼ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਿਸਾਨ 90% ਸਰਕਾਰੀ ਏਜੰਸੀਆਂ ਨੂੰ ਆਪਣੀ ਫਸਲ ਵੇਚਦੇ ਨੇ। ਇਸ ਕਰਕੇ ਦੇਸ਼ ਦੇ ਬਾਕੀ ਸੂਬੇ ਜ਼ਿਆਦਾਤਰ ਸਰਕਾਰੀ ਯੋਜਨਾਵਾਂ ਤੋਂ ਬਾਹਰ ਨੇ।